सत श्री अकाल। मैं हाँ जसवीर ते टीवी पंजाब दे खबरां दे इस बुलेटिन च तुहाडा स्वागत है। सब तो पहला एक नज़र पाउने आ अज दीआं खास खबरां ते। भारत के महान एथलीट मिल्खा सिंह का 91 साल की उम्र च देहांत। कोविड मगरों पैदा हुई पेचीदगियां नूं मात नहीं दे सके फ्लाइंग सिख। पंजाब च एक दिन के सोग का किया गया ऐलान। देश भर के राजसी नेतावां खिडारियां ते फिल्मी हस्तियां ने मिल्खा सिंह नूं दित्ती श्रद्धांजलि। मनप्रीत बादल ने मिल्खा सिंह नूं दस्सिया नौजवानों लई प्रेरणा स्रोत। ढींडसा ने कहा खेडां दी दुनिया च मिल्खा सिंह का योगदान भुलाया नहीं जा सकेगा। विधायकों के पुत्रां नूं सरकारी नौकरियां दे के घिरी कैप्टन सरकार। आम आदमी पार्टी ते श्रोमणी अकाली दल ने कैप्टन सरकार ते विन्ने तिखे सियासी निशाने। गैंगस्टर जयपाल भुल्लर की मृतक देह दे रख रखाव ते परिवार ते प्रशासन विचाले तकरार। भुल्लर के पिता ने लाश चोरी होने का जताया खदशा। पीजीआई तो लाश का पोस्टमार्टम करवाना चाहता है भुल्लर का परिवार। ते अलग अलग घटनावां च तरनतारन दे दो पिंडां च चली गोली, दो जणियां दी हुई मौत। पुलिस कर रही है दोवें घटनावां दी जांच। ते हुण खबरां दा विस्तार। भारत के महान एथलीट मिल्खा सिंह की लंघी रात 91 साल की उम्र च मौत हो गई। मिल्खा सिंह ने भावें कोरोना नूं मात दे दित्ती सी, पर उस दे बाद पैदा हुई पेचीदगियां उन्हां लई जानलेवा साबित होईयां। इस तो 5 दिन पहला ही मिल्खा सिंह की पत्नी निर्मल का भी कोरोना कारण देहांत हो गया सी। मिल्खा सिंह दुनिया भर में फ्लाइंग सिख के नाम नाल मशहूर सन। अणवंडे भारत च साल 1932 च जन्मे मिल्खा सिंह की कहानी जोश ਅਤੇ ਦ੍ਰਿੜਤਾ ਨਾਲ ਭਰਪੂਰ ਹੈ, ਜੋ ਨੌਜਵਾਨਾਂ ਨੂੰ ਪ੍ਰੇਰਣਾ ਦੇਣ ਵਾਲੀ ਹੈ। ਆਓ ਇਸ ਉੱਤੇ ਇੱਕ ਝਾਤ ਪਾਉਂਦੇ ਹਾਂ। ਭਾਰਤ ਦੇ ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਓਲੰਪੀਅਨ ਮਿਲਖਾ ਸਿੰਘ 18 ਜੂਨ 2021 ਨੂੰ ਕੋਵਿਡ-19 ਤੋਂ ਬਾਅਦ ਪੈਦਾ ਹੋਈਆਂ ਪੇਚੀਦਗੀਆਂ ਸਦਕਾ ਇਸ ਫਾਨੀ ਸੰਸਾਰ ਨੂੰ 91 ਸਾਲ ਦੀ ਉਮਰ ਵਿੱਚ ਅਲਵਿਦਾ ਕਹਿ ਗਏ। ਅਨਵੰਡੇ ਭਾਰਤ 'ਚ ਸਾਲ 1932 'ਚ ਜਨਮੇ ਮਿਲਖਾ ਸਿੰਘ ਦੀ ਕਹਾਣੀ ਜੋਸ਼ ਅਤੇ ਦ੍ਰਿੜਤਾ ਨਾਲ ਭਰਪੂਰ ਹੈ। ਇਹ ਉਹ ਵਿਅਕਤੀ ਸੀ ਜੋ ਕਿ ਵੰਡ ਦੇ ਦੰਗਿਆਂ 'ਚ ਮੁਸ਼ਕਿਲਾਂ ਨਾਲ ਬਚ ਗਿਆ ਸੀ। ਉਸ ਦੇ ਪਰਿਵਾਰ ਦੇ ਕਈ ਮੈਂਬਰ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਗਏ ਸਨ, ਜੋ ਕਿ ਟ੍ਰੇਨ 'ਚ ਬਿਨਾਂ ਟਿਕਟ ਤੇ ਸਫ਼ਰ ਕਰਦਿਆਂ ਫੜਿਆ ਗਿਆ ਸੀ ਅਤੇ ਇਸ ਕਰਕੇ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ ਸੀ। ਜਿਸ ਨੇ ਦੁੱਧ ਦੇ ਇੱਕ ਗਿਲਾਸ ਲਈ ਫੌਜ ਦੀ ਦੌੜ 'ਚ ਹਿੱਸਾ ਲਿਆ ਸੀ ਅਤੇ ਜੋ ਕਿ ਬਾਅਦ 'ਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣ ਕੇ ਉਭਰਿਆ। 1960 'ਚ ਰੋਮ ਓਲੰਪਿਕ 'ਚ ਵਿਸ਼ਵ ਰਿਕਾਰਡ ਤੋੜਨ ਦੇ ਬਾਵਜੂਦ ਮਿਲਖਾ ਸਿੰਘ ਭਾਰਤ ਦੇ ਲਈ ਸੋਨ ਤਗਮਾ ਜਿੱਤ ਨਹੀਂ ਸਕੇ ਸਨ ਅਤੇ ਉਹਨਾਂ ਨੂੰ ਚੌਥੇ ਸਥਾਨ ਤੇ ਹੀ ਸੰਤੋਖ ਰੱਖਣਾ ਪਿਆ ਸੀ। ਮਿਲਖਾ ਸਿੰਘ ਨੇ ਵਿਸ਼ਵ ਪੱਧਰ ਉੱਤੇ ਆਪਣੀ ਪਹਿਚਾਣ ਉਸ ਸਮੇਂ ਬਣਾਈ ਸੀ ਜਦੋਂ ਕਾਰਡਿਫ ਰਾਸ਼ਟਰਮੰਡਲ ਖੇਡਾਂ 'ਚ ਤਤਕਾਲੀ ਵਿਸ਼ਵ ਰਿਕਾਰਡ ਧਾਰਕ ਮੈਲਕਮ ਸਪੈਂਸ ਨੂੰ 440 ਗਜ ਦੀ ਦੌੜ 'ਚ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਦੌੜ ਖਤਮ ਹੁੰਦਿਆਂ ਹੀ ਉਹ ਮੈਦਾਨ 'ਚ ਬੇਹੋਸ਼ ਹੋ ਕੇ ਡਿੱਗ ਗਏ ਸਨ। ਮਿਲਖਾ ਸਿੰਘ ਨੂੰ ਸਟ੍ਰੈਚਰ ਉੱਤੇ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਆਕਸੀਜਨ ਦਿੱਤੀ ਗਈ। ਜਦੋਂ ਉਹਨਾਂ ਨੂੰ ਹੋਸ਼ ਆਇਆ ਉਸ ਸਮੇਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਕਿੰਨਾ ਵੱਡਾ ਕਾਰਨਾਮਾ ਕੀਤਾ ਹੈ। ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਮੋਢਿਆਂ ਉੱਤੇ ਚੁੱਕ ਲਿਆ। ਉਹਨਾਂ ਨੇ ਤਿਰੰਗੇ ਨੂੰ ਆਪਣੇ ਸਰੀਰ ਉੱਤੇ ਲਪੇਟਿਆ ਅਤੇ ਪੂਰੇ ਸਟੇਡੀਅਮ ਦਾ ਚੱਕਰ ਲਗਾਇਆ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਿਆ ਸੀ। ਜਦੋਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਮਿਲਖਾ ਸਿੰਘ ਦੇ ਗਲੇ 'ਚ ਸੋਨੇ ਦਾ ਤਗਮਾ ਪਾਇਆ ਅਤੇ ਉਹਨਾਂ ਨੇ ਭਾਰਤੀ ਝੰਡੇ ਨੂੰ ਉੱਪਰ ਜਾਂਦਿਆਂ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਮਿਲਖਾ ਸਿੰਘ ਦੀ ਮੰਗ ਉੱਤੇ ਇਸ ਜਿੱਤ ਦੀ ਖੁਸ਼ੀ 'ਚ ਭਾਰਤ 'ਚ ਛੁੱਟੀ ਕਰ ਦਿੱਤੀ ਗਈ ਸੀ। 1960 'ਚ ਮਿਲਖਾ ਸਿੰਘ ਨੂੰ ਪਾਕਿਸਤਾਨ ਤੋਂ ਸੱਦਾ ਆਇਆ ਸੀ ਕਿ ਉਹ ਭਾਰਤ ਪਾਕਿਸਤਾਨ ਐਥਲੈਟਿਕਸ ਮੁਕਾਬਲੇ 'ਚ ਹਿੱਸਾ ਲੈਣ। ਟੋਕੀਓ ਏਸ਼ੀਅਨ ਖੇਡਾਂ 'ਚ ਉਹਨਾਂ ਨੇ ਪਾਕਿਸਤਾਨ ਦੇ ਸਰਬੋਤਮ ਦੌੜਾਕ ਅਬਦੁਲ ਖਾਲਿਕ ਨੂੰ 200 ਮੀਟਰ ਦੀ ਦੌੜ 'ਚ ਮਾਤ ਦਿੱਤੀ ਸੀ। ਹੁਣ ਪਾਕਿਸਤਾਨੀ ਚਾਹੁੰਦੇ ਸਨ ਕਿ ਦੋਵਾਂ ਦਾ ਮੁਕਾਬਲਾ ਪਾਕਿਸਤਾਨ ਦੀ ਸਰਜ਼ਮੀਨ ਉੱਤੇ ਆਯੋਜਿਤ ਹੋਵੇ। ਮਿਲਖਾ ਸਿੰਘ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਵੰਡ ਦੇ ਸਮੇਂ ਦੀਆਂ ਬਹੁਤ ਸਾਰੀਆਂ ਕੌੜੀਆਂ ਯਾਦਾਂ ਉਹਨਾਂ ਦੇ ਦਿਲੋਂ ਦਿਮਾਗ 'ਚ ਘੁੰਮ ਰਹੀਆਂ ਸਨ। ਉਹਨਾਂ ਦੀਆਂ ਅੱਖਾਂ ਅੱਗੇ ਉਹ ਘਟਨਾ ਵਾਰ-ਵਾਰ ਆ ਜਾਂਦੀ ਸੀ ਜਦੋਂ ਉਹਨਾਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪਰ ਨਹਿਰੂ ਦੇ ਕਹਿਣ ਉੱਤੇ ਮਿਲਖਾ ਸਿੰਘ ਪਾਕਿਸਤਾਨ ਗਏ। ਉਹਨਾਂ ਨੇ ਇਹ ਦੌੜ 20.7 ਸੈਕਿੰਡ 'ਚ ਮੁਕੰਮਲ ਕੀਤੀ ਸੀ। ਇਹ ਉਸ ਸਮੇਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ।
ਮਿਲਖਾ ਸਿੰਘ ਨੂੰ ਤਗਮਾ ਦਿੰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਨ ਨੇ ਕਿਹਾ ਸੀ ਕਿ ਅੱਜ ਤੁਸੀਂ ਦੌੜੇ ਨਹੀਂ ਉੱਡੇ ਹੋ, ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦਾ। ਹੁਣ ਮਿਲਖਾ ਸਿੰਘ ਦੇ ਦੇਹਾਂਤ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਆਪੋ ਆਪਣੇ ਅੰਦਾਜ਼ ਵਿੱਚ ਯਾਦ ਕਰ ਰਿਹਾ ਹੈ ਤੇ ਸ਼ਰਧਾਂਜਲੀ ਦੇ ਰਿਹਾ ਹੈ। ਪਿਛਲੇ ਹਫਤੇ ਹੀ ਉਹਨਾਂ ਦੀ ਪਤਨੀ ਤੇ ਸਾਬਕਾ ਐਥਲੀਟ ਨਿਰਮਲ ਮਿਲਖਾ ਸਿੰਘ ਦਾ ਵੀ ਕੋਰੋਨਾ ਕਾਰਨ ਦੇਹਾਂਤ 83 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਖਿਡਾਰੀਆਂ ਤੇ ਰਾਜਸੀ ਆਗੂਆਂ ਦਾ ਉਹਨਾਂ ਦੇ ਘਰ ਤਾਂਤਾ ਲੱਗਾ ਰਿਹਾ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮਿਲਖਾ ਸਿੰਘ ਹਮੇਸ਼ਾ ਲਈ ਅਮਰ ਹੋ ਗਏ ਨੇ। ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਮਨਾਂ 'ਚ ਵਸਦੀਆਂ ਰਹਿਣਗੀਆਂ। ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਸਨ। ਮਨਪ੍ਰੀਤ ਬਾਦਲ ਨੇ ਮਿਲਖਾ ਸਿੰਘ ਨੂੰ ਭਾਰਤ ਤੇ ਪੰਜਾਬ ਦੀ ਸ਼ਾਨ ਦੱਸਦਿਆਂ ਅਰਦਾਸ ਕੀਤੀ ਕਿ ਪ੍ਰਮਾਤਮਾ ਉਹਨਾਂ ਵਰਗੇ ਹਜ਼ਾਰਾਂ ਪੁੱਤ ਇਸ ਦੇਸ਼ ਦੀ ਝੋਲੀ ਪਾਵੇ। सब निहायत दुख दी घड़ी है और निहायत गम दा मुकाम है कि सरदार मिल्खा सिंह जी सानू सदीवी विछोड़ा दे गए है। ਲੱਖਾਂ ਲੋਕ ਰੋਜ਼ ਦੁਨੀਆ ਤੇ ਪੈਦਾ ਹੁੰਦੇ ਹੈ ਔਰ ਲੱਖਾਂ ਲੋਕ ਰੋਜ਼ ਦੁਨੀਆ ਤੋਂ ਚਲੇ ਜਾਂਦੇ ਹੈ। ਲੋਕ ਆਉਂਦੇ ਹੈ, ਲੋਕ ਚਲੇ ਜਾਂਦੇ ਹੈ, ਪਰ ਦੁਨੀਆ ਤੇ ਕੁਝ ਐਸੇ ਲੋਕ ਵੀ ਹੁੰਦੇ ਹੈ ਜਿਹੜੇ ਦੁਨੀਆ ਤੇ ਆਉਂਦੇ ਜ਼ਰੂਰ ਹੈ ਪਰ ਉਹ ਫਿਰ ਜਾਂਦੇ ਨਹੀਂ ਹੈ, ਅਮਰ ਹੋ ਜਾਂਦੇ ਹੈ। ਔਰ ਸਰਦਾਰ ਮਿਲਖਾ ਸਿੰਘ ਜੀ ਵੀ ਉਹਨਾਂ ਸ਼ਖਸੀਅਤਾਂ ਜੋ ਸੀ, ਹਿੰਦੁਸਤਾਨ ਦਾ ਵਕਾਰ ਸੀ ਔਰ ਪੰਜਾਬ ਦੀ ਸ਼ਾਨ ਸੀ। ਮੈਂ ਤਾਂ ਅੱਜ ਇਸ ਮੌਕੇ ਤੇ ਇਹੀ ਕਹਿ ਸਕਦਾ ਕਿ ਪਰਮਾਤਮਾ ਹਿੰਦੁਸਤਾਨ ਨੂੰ ਸਰਦਾਰ ਮਿਲਖਾ ਸਿੰਘ ਵਰਗੇ ਲੱਖਾਂ ਸਪੂਤ ਅਤਾ ਫਰਮਾ ਔਰ ਉਹਨਾਂ ਦਾ ਜੋ ਖਾਨਦਾਨ ਹੈ ਉਹਨਾਂ ਨੂੰ ਹਿੰਮਤ ਤੇ ਸਬਰ ਪਰਮਾਤਮਾ ਦੇਵੇ। ਔਰ ਇਸ ਕਿਸਮ ਦੇ ਲੋਕ ਜਿਹੜੇ ਹੈ ਰੋਜ਼ ਦੁਨੀਆ 'ਚ ਪੈਦਾ ਨਹੀਂ ਹੁੰਦੇ। ਸੋ ਨਿਹਾਇਤ ਦੁੱਖ ਦੀ ਘੜੀ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਮਿਲਖਾ ਸਿੰਘ ਦੇ ਅਕਾਲ ਚਲਾਣੇ ਤੇ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ। ਢੀਂਡਸਾ ਨੇ ਕਿਹਾ ਕਿ ਉਹਨਾਂ ਦੀ ਮਿਲਖਾ ਸਿੰਘ ਦੇ ਪਰਿਵਾਰ ਨਾਲ ਨਿੱਜੀ ਤੌਰ ਤੇ ਬਹੁਤ ਨੇੜਤਾ ਸੀ। ਉਹਨਾਂ ਨੇ ਦੇਹਾਂਤ ਨਾਲ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਰਦਾਰ ਮਿਲਖਾ ਸਿੰਘ ਜੀ ਨੂੰ ਆਇਤ ਫਲਾਇੰਗ ਸਿੱਖ ਕਿਹਾ ਜਾਂਦਾ ਸੀ ਹਮੇਸ਼ਾ। ਉਹ ਸਾਨੂੰ ਹਮੇਸ਼ਾ ਹੀ ਐਸਾ ਉਡਾਰੀ ਮਾਰ ਕੇ ਗਏ ਨੇ ਕਿ ਹਮੇਸ਼ਾ ਵਾਸਤੇ ਚਲੇ ਗਏ। ਉਹਦਾ ਦੇਸ਼ ਵਾਸੀਆਂ ਨੂੰ ਤਾਂ ਹੀ, ਖਾਸ ਕਰਕੇ ਮੇਰੇ ਨਾਲ ਤਾਂ, ਕਿਉਂਕਿ ਜਦੋਂ ਮੈਂ ਇੱਥੇ ਮਿਨਿਸਟਰ ਹੁੰਦਾ ਸੀ ਮੇਰੇ ਸਪੋਰਟਸ ਡਿਪਾਰਟਮੈਂਟ ਵੀ ਸੀ, ਮੇਰੇ ਨਾਲ ਤਾਂ ਇਸ ਪਰਿਵਾਰ ਦਾ ਬਹੁਤ ਨੇੜਤਾ ਰਹੀ। ਔਰ ਮੈਨੂੰ ਤਾਂ ਹੋਰ ਵੀ ਦੁੱਖ ਹੈ ਕਿ ਇਸ ਤਰ੍ਹਾਂ ਦੇ ਇਨਸਾਨ ਜਿਹੜਾ ਸੁਭਾਅ ਦੇ ਤੌਰ 'ਤੇ ਵੀ ਅੱਛਾ ਸੀ, ਸਪੋਰਟਸਮੈਨ ਤਾਂ ਹੈ ਸੀ ਦੁਨੀਆ, ਅਜੇ ਤੱਕ ਉਹਦਾ ਰਿਕਾਰਡ ਵੀ ਨਹੀਂ ਤੋੜ ਸਕੇ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਦੋਨੋਂ ਹਸਬੈਂਡ ਵਾਈਫ ਕੁਛ ਦਿਨਾਂ ਦੇ ਅੰਦਰ ਅੰਦਰ ਹੀ ਚਲੇ ਗਏ। ਐਦੋਂ ਬੜਾ ਦੁੱਖ ਹੋਰ ਕੀ ਹੋ ਸਕਦਾ। ਇਸ ਕਰਕੇ ਮੈਂ ਆਪਣੀ ਸ਼ਰਧਾ ਭੇਂਟ ਕਰਨ ਲਈ ਆਇਆ ਕਿ ਇਹੋ ਜਿਹੇ ਇਨਸਾਨ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ, ਬੱਚਿਆਂ ਨੂੰ, ਉਹਨਾਂ ਦਾ ਜਿਹੜਾ ਦੁੱਖ ਹੈ ਉਹ ਸਹਿਣ ਦੀ ਸ਼ਕਤੀ ਬਣੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਲੁਧਿਆਣਾ 'ਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਅੱਜ ਇਸ ਹੜਤਾਲ 'ਚ ਆਪਣੀ ਪਾਰਟੀ ਦੇ ਵਰਕਰਾਂ ਨੂੰ ਸਮਰਥਨ ਦੇਣ ਲਈ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪਹੁੰਚੇ। ਇੱਥੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਦਲਿਤਾਂ ਦੇ ਨਾਲ ਖੜੀ ਹੈ ਤੇ ਸਿਰਫ ਹੁਣੀ ਨਹੀਂ ਸਗੋਂ ਪਹਿਲਾਂ ਵੀ ਲਗਾਤਾਰ ਇਸ ਸੰਬੰਧੀ ਧਰਨੇ ਲਗਾਉਂਦੀ ਆ ਰਹੀ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ 40% ਐਸਸੀ ਸਕਾਲਰਸ਼ਿਪ ਲਈ ਰਾਸ਼ੀ ਦਾ ਆਪਣਾ ਹਿੱਸਾ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਭਗਵੰਤ ਮਾਨ ਵੱਲੋਂ ਆਪ ਦੇ ਧਰਨੇ ਦਾ ਅਸਰ ਕਿਹਾ ਗਿਆ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਸ਼ੀ ਤਾਂ ਜਾਰੀ ਕਰ ਦਿੱਤੀ ਹੈ ਪਰ ਸਾਧੂ ਸਿੰਘ ਧਰਮਸੋਤ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ, ਜਿਸ ਨੂੰ ਲੈ ਕੇ ਆਪ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਸੰਘਰਸ਼ੀ ਯੋਧੇ ਨੇ ਜਿਨ੍ਹਾਂ ਨੇ ਮਰਨ ਵਰਤ ਰੱਖਿਆ, ਲੁਧਿਆਣੇ ਵੀ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੇ ਕਿ ਗਰੀਬ ਦਲਿਤ ਤੇ ਪਿਛੜੇ ਵਰਗ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਜਿਹੜਾ ਵਜ਼ੀਫਾ ਹੈ ਉਹ ਪੰਜਾਬ ਗੌਰਮੈਂਟ ਜਿਹੜੀ ਹੈ ਉਹ ਡਕਾਰ ਗਈ ਸੀ, ਉਹ ਦੱਬ ਗਏ ਸੀ। ਸਭ ਤੋਂ ਪਹਿਲਾਂ ਤਾਂ ਇਹ ਜਾਰੀ ਕਰਨਾ ਉਹ 40% ਜੋ ਲਗਭਗ 200 ਕਰੋੜ ਦੇ ਕਰੀਬ ਬਣਦਾ ਹੈ। ਇਹ ਸਾਡੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ, ਸਾਡੇ ਸੰਘਰਸ਼ ਦੀ ਜਿੱਤ ਹੈ। ਮੈਂ ਸਾਡੇ ਜਿਹੜੇ ਅਹੁਦੇਦਾਰ, ਸਾਡੇ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਮਰਨ ਵਰਤ ਰੱਖਿਆ, ਭੁੱਖ ਹੜਤਾਲ ਕੀਤੀ ਇਹਨਾਂ ਦਿਨਾਂ ਤੋਂ, ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ। ਨੰਬਰ 2 ਤੇ
ਪੰਜਾਬ ਸਰਕਾਰ ਦੁਆਰਾ ਇਹ ਕਹਿਣਾ ਕਿ ਹਾਂ ਅਸੀਂ 40% ਆਪਦੇ ਕੋਟੇ ਦੀ ਕਿਸ਼ਤ ਜਿਹੜੀ ਹੈ ਉਹ ਦੇ ਦਾਂਗੇ, ਤਾਂ ਇਹਦਾ ਮਤਲਬ ਉਹ ਮੰਨ ਗਏ ਕਿ ਹਾਂ ਪੰਜਾਬ ਦੇ ਕੋਟੇ ਦੀ ਜਿਹੜੀ ਕਿਸ਼ਤ ਆ ਉਹ ਰਹਿੰਦੀ ਸੀ। ਪਾਰਲੀਮੈਂਟ ਦੇ ਵਿੱਚ ਵੀ ਮੈਂ ਬੋਲਿਆ ਸੀ, ਸੈਂਟਰ ਕਹਿੰਦਾ ਅਸੀਂ ਕਿਸ਼ਤ ਪੈਸੇ ਦੇਤੇ, ਪੰਜਾਬ ਨੇ ਨਹੀਂ ਦਿੱਤੇ, ਪੰਜਾਬ ਕਹਿੰਦਾ ਅਸੀਂ ਦੇਤੇ, ਸੈਂਟਰ ਨੇ ਦਿੱਤੇ। ਸੋ ਇੱਕ ਤਾਂ ਇਹ ਕੈਪਟਨ ਦਾ ਝੂਠ ਸਾਹਮਣੇ ਆ ਗਿਆ ਇਹਦੇ ਵਿੱਚ। ਨੰਬਰ 2 ਤੇ ਇਹ ਸਿਰਫ ਸਕਾਲਰਸ਼ਿਪ ਤੱਕ ਸੀਮਤ ਨਹੀਂ। ਸਾਧੂ ਸਿੰਘ ਧਰਮਸੋਤ ਜਿਹੜੇ ਇਹਨਾਂ ਦਾ ਮਿਨਿਸਟਰ ਹੈ, ਜਿਹੜਾ 68 ਕਰੋੜ ਰੁਪਇਆ ਜ਼ਬਤ ਕਰ ਗਿਆ, 68 ਕਰੋੜ ਰੁਪਇਆ ਖਾ ਗਿਆ ਵਜ਼ੀਫੇ ਦਾ, ਜਿਹਨੂੰ ਕਿ ਇਹਨਾਂ ਦੇ ਉਹਦੇ ਆਪਣੇ ਮਹਿਕਮੇ ਦੇ ਵੱਡੇ ਅਫਸਰਾਂ ਨੇ ਇਹ ਗੱਲ ਕੱਢੀ ਹੈ। ਜੇ ਪੰਜਾਬ ਸਰਕਾਰ ਉਹਨੂੰ ਬਰਖਾਸਤ ਨਹੀਂ ਕਰਦੀ, ਉਹਨੂੰ ਗ੍ਰਿਫਤਾਰ ਨਹੀਂ ਕਰਦੀ, ਉਹਨਾਂ ਤੇ ਪਰਚਾ ਨਹੀਂ ਹੁੰਦਾ, ਤਾਂ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਇੱਕ ਜਨ ਅੰਦੋਲਨ ਸ਼ੁਰੂ ਕਰੂ ਸਾਰੇ ਪੰਜਾਬ ਦੇ ਵਿੱਚ। ਅਕਾਲੀ ਦਲ ਬਸਪਾ ਦੇ ਗੱਠਜੋੜ ਤੋਂ ਬਾਅਦ ਹੁਣ ਦੋਨੋਂ ਪਾਰਟੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਲਗਾਤਾਰ ਰਣਨੀਤੀ ਬਣਾ ਰਹੀਆਂ ਨੇ। ਇਸ ਸਬੰਧ 'ਚ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਅਤੇ ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਤੇ ਹੋਰ ਅਹੁਦੇਦਾਰਾਂ ਦਰਮਿਆਨ ਅਹਿਮ ਮੀਟਿੰਗ ਹੋਈ। ਇਹ ਗੱਠਜੋੜ ਦੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਪਹਿਲੀ ਬੈਠਕ ਸੀ। ਬੈਠਕ ਦੌਰਾਨ ਪੰਜਾਬ ਦੇ ਸਿਆਸੀ ਤੇ ਸਮਾਜਿਕ ਮੁੱਦਿਆਂ ਤੇ ਇਲਾਵਾ ਗੱਠਜੋੜ ਦੀਆਂ ਅਗਲੀਆਂ ਰਣਨੀਤੀਆਂ ਤੇ ਅਹਿਮ ਵਿਚਾਰਾਂ ਹੋਈਆਂ। ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ, ਸਰਕਾਰ ਨੂੰ ਬਚਾਉਣ ਵਾਸਤੇ ਜਿਸ ਨੀਵੇਂ ਪੱਧਰ ਦੇ ਉੱਤੇ ਜਾ ਕੇ ਐਮਐਲਏ ਦੀ ਖਰੀਦੋ ਫਰੋਖਤ ਕਰ ਰਹੇ ਆ, ਵੱਡੇ ਵੱਡੇ ਲਾਲਚ ਐਮਐਲਏ ਨੂੰ ਦੇ ਰਹੇ ਆ, ਇਲੀਗਲ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਵਾਰਿਸ ਆ ਉਹਨਾਂ ਨੂੰ ਸਿੱਧੀਆਂ ਜਿਹੜੀਆਂ ਕਿਸੇ ਨੂੰ ਡੀਐਸਪੀ ਦੀਆਂ, ਕਿਸੇ ਨੂੰ ਇੰਸਪੈਕਟਰ ਦੀਆਂ, ਕਿਸੇ ਨੂੰ ਨਾਇਬ ਤਹਿਸੀਲਦਾਰ ਦੀਆਂ ਵੱਡੀਆਂ ਵੱਡੀਆਂ ਨਿਯੁਕਤੀਆਂ ਦੇ ਰਹੇ ਆ। ਇਹ ਮੈਂ ਸਮਝਦਾ ਜਿੱਥੇ ਬੜੀ ਵੱਡੀ ਇੱਕ ਅਨਕਨਸਟੀਟਿਊਸ਼ਨਲ ਇਲੀਗਲ ਗੱਲ ਹੈ, ਅਨਐਥੀਕਲ ਪ੍ਰੈਕਟਿਸ ਹੈ, ਉੱਥੇ ਮੈਂ ਸਮਝਦਾ ਕਿ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਨੌਜਵਾਨ ਹੈ, ਜਿਹੜੇ ਇਹੋ ਜਿਹੇ ਵਧੀਆ ਅਹੁਦੇ ਪਾਉਣ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਆ, ਲਗਾਤਾਰ ਕੋਚਿੰਗ ਸੈਂਟਰਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ ਆ, ਵੱਖ-ਵੱਖ ਵਾਰੀ ਐਗਜ਼ਾਮੀਨੇਸ਼ਨਾਂ 'ਚ ਅਪੀਅਰ ਹੁੰਦੇ ਆ, ਇਹ ਉਹਨਾਂ ਲੱਖਾਂ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਧਰੋਹ ਹੈ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਹੜੀ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ, ਅੱਜ ਇਸ ਗੱਲ ਤੋਂ ਬਾਅਦ ਕੱਲੀ ਉਹ ਪੂਰੀ ਨਹੀਂ ਕੀਤੀ, ਉਲਟਾ ਉਹਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਵੀ ਛਿੜਕਿਆ। ਜੈਪਾਲ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਮਾਮਲੇ 'ਚ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੁਣਵਾਈ ਕਰਨ ਦੇ ਹੁਕਮ ਦਿੱਤੇ ਸਨ। ਇਹ ਸੁਣਵਾਈ ਸੋਮਵਾਰ ਨੂੰ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਜੈਪਾਲ ਦੇ ਘਰ ਦੇ ਬਾਹਰ ਭਾਰੀ ਗਿਣਤੀ 'ਚ ਪੁਲਿਸ ਤੈਨਾਤ ਕੀਤੀ ਗਈ ਹੈ। ਜੈਪਾਲ ਦੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਲਿਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਰਿਵਾਰ ਨੇ ਲਾਸ਼ ਘਰ 'ਚ ਹੀ ਰੱਖਣ ਦੀ ਗੱਲ ਕਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਜੈਪਾਲ ਦੇ ਘਰ ਦੇ ਗੇਟ ਉੱਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਚਿਪਕਾ ਦਿੱਤੀ ਹੈ। ਬੀਤੇ ਦਿਨੀ ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਸ ਮਾਮਲੇ ਉੱਤੇ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਣੀ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਹੁਕਮ ਦਿੱਤੇ ਸਨ ਕਿ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਪ੍ਰੀਜ਼ਰਵ ਕੀਤਾ ਜਾਵੇ, ਯਾਨੀ ਕਿ ਜੈਪਾਲ ਭੁੱਲਰ ਦੀ ਦੇਹ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਹਾਈ ਕੋਰਟ ਦੇ ਆਦੇਸ਼ਾਂ ਨੂੰ ਵੀ ਸੁਪਰੀਮ ਕੋਰਟ ਨੇ ਸੁਪਰਸੀਡ ਕਰ ਦਿੱਤਾ ਸੀ। ਇਸ ਤਹਿਤ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਲਗਾਈ ਗਈ ਹੈ, ਜਿਸ ਵਿੱਚ ਸਿਹਤ ਮਹਿਕਮੇ ਤੇ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਜੈਪਾਲ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਜਾਵੇ। ਇਸ ਦੌਰਾਨ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾਣ ਅਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇ। ਜੈਪਾਲ ਭੁੱਲਰ ਦੇ ਘਰ ਦੇ ਬਾਹਰ ਭਾਰੀ ਮਾਤਰਾ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਕਿਸੇ ਨੂੰ ਵੀ ਉਸਦੇ ਘਰ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮਾਨਯੋਗ ਸੁਪਰੀਮ ਕੋਰਟ ਨੇ ਆਰਡਰ 'ਚ ਲਿਖਿਆ ਵੀ ਡੈਡ ਬਾਡੀ ਦੀ ਜਿਹੜੀ ਆ ਸਟੇਟ ਉਹਦੀ ਮਤਲਬ ਮੈਡੀਕਲੀ ਹਿਫਾਜ਼ਤ ਕਰੇ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਜੀ ਇੱਥੋਂ ਵਾਲੀ ਜਿਹੜੀ ਹੈਗੀ ਆ ਉਹ ਤੇ ਮੈਨੂੰ ਪਤਾ ਹੀ ਆ, ਪਰਸਨਲੀ ਮੈਂ ਨੌਕਰੀ ਨਾਲ ਦੇਖਿਆ ਵੀ ਉੱਥੋਂ ਦਾ ਬੁਰਾ ਹਾਲ ਆ, ਤੇ ਪੀਜੀਆਈ ਅਸੀਂ ਪੋਸਟਮਾਰਟਮ ਦੀ ਬੇਨਤੀ ਕੀਤੀ ਕੋਰਟ ਵਿੱਚ ਪੀਜੀਆਈ ਤੋਂ ਹੀ ਕਰਾਇਆ ਜਾਏ।
ਤੇ ਇਸ ਕਰਕੇ ਕਿਰਪਾ ਕਰੋ ਵੀ ਡੈੱਡ ਬੋਡੀ PGI ਉੱਥੇ ਜਮ੍ਹਾਂ ਕਰਾ ਦਿੱਤੀ ਜਾਏ। ਜਦੋਂ ਆਰਡਰ ਆਉਣਗੇ ਉਦੋਂ ਉੱਥੋਂ ਹੀ ਉਹ ਲੈ ਕੇ ਤੇ ਪੋਸਟਮਾਰਟਮ ਕਰ ਦੇਣਗੇ। ਉੱਥੇ 6 ਮਹੀਨੇ ਪਈਆਂ ਰਹਿੰਦੀਆਂ, ਉਹਨਾਂ ਕੋਲ ਸਾਰੇ ਪ੍ਰਬੰਧ ਹੈ, ਕੁਆਲੀਫਾਈ ਡਾਕਟਰ ਹੈ। ਮੈਂ ਤੇ ਹਰ ਇੱਕ ਚੀਜ਼ ਨਾਲ ਸਹਿਮਤ ਹਾਂ। ਮੈਨੂੰ ਸਿਰਫ ਡਰ ਆ ਵੀ ਇੱਕ ਚੋਰੀ ਦਾ ਪਰਚਾ ਦੇ ਦੇਣਗੇ, ਜਿੰਦਰਾ ਤੋੜ ਦੇਣਗੇ, ਜਿੰਦਰਾ ਤੋੜ ਕੇ ਤੇ ਲਾਸ਼ ਨਹੀਂ ਲੱਭੂਗੀ। ਇਹ ਚੋਰੀ ਦਾ ਪਰਚਾ ਦਰਜ ਕਰਨਗੇ, ਉਹ ਕਦੀ ਟਰੇਸ ਨਹੀਂ ਹੋਏਗਾ। ਉਹ ਸਾਡੇ ਮਰਿਆਂ ਤੋਂ ਬਾਅਦ ਵੀ ਟਰੇਸ ਨਹੀਂ। ਚੋਰ ਕੌਣ ਨੇ? ਉਹ ਚੋਰ ਕੌਣ ਹੋਣਗੇ ਤੁਹਾਨੂੰ ਪਤਾ ਹੀ ਹੈ, ਕਿਉਂਕਿ ਸਿੱਧਾ ਅਸੀਂ ਪੰਜਾਬ ਪੁਲਿਸ ਨੇ ਤੇ ਇਹ ਕੀਤਾ, ਤੇ ਪੰਜਾਬ ਪੁਲਿਸ ਹੀ ਇਹਦੀ ਰਾਖੀ ਥੋੜ੍ਹੀ ਕਰੂਗੀ, ਉਹਦੀ ਚੋਰੀ ਕਰੂਗੀ, ਚੋਰੀ ਕਰਕੇ ਖੁਰਦ-ਬੁਰਦ ਕਰ ਦੇਣਗੇ। ਤੇ ਸਿਰਫ ਮੈਨੂੰ ਇਹੀ ਖਦਸ਼ਾ, ਮੈਂ ਆਪਣੀ ਐਪਲੀਕੇਸ਼ਨ 'ਚ ਵੀ ਇਹ ਜ਼ਾਹਰ ਕੀਤਾ ਵੀ ਉੱਥੇ ਵੀ ਇਹ ਪ੍ਰੋਟੈਕਸ਼ਨ ਨਾਲ ਹੀ ਭੇਜੀ ਜਾਵੇ। ਇਹ ਕੋਈ ਐਕਸੀਡੈਂਟ ਬਣਾ ਕੇ ਜਾਂ ਹੋਰ ਅੱਗੋਂ ਆਪਣੇ ਬੰਦਿਆਂ ਕੋਲ ਐਕਸੀਡੈਂਟ ਕਰਾ ਕੇ ਤੇ ਲਾਸ਼ ਨੂੰ ਖੁਰਦ-ਬੁਰਦ ਕਰਕੇ ਸਬੂਤ ਨਸ਼ਟ ਕਰਨ ਦਾ ਚਾਰਾ ਕਰਨਗੇ। ਪੰਜਾਬ ਪੁਲਿਸ ਇਹ ਕਰਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਵਕੀਲਾਂ ਨੂੰ ਵਿੱਚੋਂ ਘਰੋਂ ਫੜ ਕੇ ਤੇ ਗੁੰਮ ਕਰ ਦਿੰਦੀ ਹੈ, ਗਾਇਬ ਕਰ ਦਿੰਦੀ ਹੈ, ਮਾਰ ਕੇ ਉਹਨਾਂ ਨੂੰ ਕੋਈ ਕਿਤੇ ਨਾ ਕੇ ਸੁੱਟ ਦਿੰਦੀ ਹੈ। ਜੱਜਾਂ ਨੂੰ ਧਮਕੀਆਂ ਮਿਲਦੀਆਂ ਨੇ ਤੇ ਇਸ ਕਰਕੇ ਪੰਜਾਬ ਪੁਲਿਸ ਇਹੋ ਜਿਹੇ ਕਾਰੇ ਕਰਦੀ ਆਈ ਹੈ ਤੇ ਉਹ ਜਿਹੜੇ ਸਾਰੇ ਅਫਸਰ ਇਹੋ ਜਿਹੇ ਕਰਨ ਦੇ ਮਾਰ ਨਹੀਂ। ਇਹ ਤੇ ਪਤਾ ਨਹੀਂ ਜੀ ਕੀ ਹੈ। ਮੈਂ ਤੇ ਕਾਪੀ ਜਦੋਂ ਉਹਨਾਂ ਕਿਹਾ ਰਿਸੀਵ ਕਰ ਲਈ, ਮੈਂ ਸਾਈਨ ਕਰਕੇ ਤੇ ਰਿਸੀਵ ਕਰ ਲਈ। ਮੇਰੇ ਇੱਥੇ ਲਾਉਣ ਦਾ ਪਤਾ ਨਹੀਂ ਜੀ ਕੀ ਸੀ ਇਹਨਾਂ ਨੂੰ ਦੱਸੋ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪਰਿਵਾਰ ਨੂੰ ਆਪਣੀ ਅਪੀਲ ਕੋਲਕਾਤਾ ਹਾਈ ਕੋਰਟ ਵਿੱਚ ਪਾਉਣ ਦੀ ਸਲਾਹ ਦਿੱਤੀ ਸੀ। ਇਸ ਮਗਰੋਂ ਜੈਪਾਲ ਦੇ ਪਰਿਵਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਅਤੇ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਕੀਤੀ ਜਾਵੇਗੀ। ਇਸ ਦੌਰਾਨ ਜੈਪਾਲ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਸ ਦੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਬੇਸ਼ੱਕ ਦੇਸ਼ 'ਚ ਕਰੋਨਾ ਦੀ ਰਫ਼ਤਾਰ ਹੁਣ ਮੱਧਮ ਪੈਣੀ ਸ਼ੁਰੂ ਹੋ ਗਈ ਹੈ, ਪਰ ਏਮਸ ਦੇ ਡਾਕਟਰਾਂ ਮੁਤਾਬਕ ਦੇਸ਼ ਵਿੱਚ ਅਗਲੇ 6 ਤੋਂ 8 ਹਫ਼ਤਿਆਂ 'ਚ ਕਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਦਸਤਕ ਦੇ ਸਕਦੀ ਹੈ ਤੇ ਇਸ ਨੂੰ ਰੋਕਣਾ ਅਸੰਭਵ ਹੈ। ਨਾਲ ਹੀ ਕਿਹਾ ਗਿਆ ਹੈ ਕਿ ਦੇਸ਼ ਦੀ ਮੁੱਖ ਚੁਣੌਤੀ ਇੱਕ ਵੱਡੀ ਆਬਾਦੀ ਦਾ ਟੀਕਾਕਰਨ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕਰਨਾ ਹੈ। ਰਾਸ਼ਟਰੀ ਪੱਧਰ ਤੇ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਣ 'ਚ ਕੁਝ ਸਮਾਂ ਲੱਗੇਗਾ ਤੇ ਇਹ ਅਗਲੇ 6 ਤੋਂ 8 ਹਫ਼ਤਿਆਂ ਦੇ ਅੰਦਰ ਹੋ ਸਕਦਾ ਹੈ ਜਾਂ ਇਸ ਵਿੱਚ ਥੋੜਾ ਲੰਬਾ ਸਮਾਂ ਲੱਗ ਸਕਦਾ ਹੈ। ਇਸ ਸਭ ਦਰਮਿਆਨ ਪੰਜਾਬ 'ਚ ਇਨਫੈਕਸ਼ਨ ਦੇ ਨਵੇਂ ਤੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਰਗਰਮ ਮਾਮਲਿਆਂ ਦੀ ਗਿਣਤੀ ਘਟ ਕੇ 9000 ਤੋਂ ਹੇਠਾਂ ਆ ਗਈ ਹੈ। ਸ਼ੁੱਕਰਵਾਰ ਨੂੰ 1229 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ, ਜਿਸ ਤੋਂ ਬਾਅਦ ਸਰਗਰਮ ਮਾਮਲੇ 8829 ਰਹਿ ਗਏ ਨੇ। ਇਹਨਾਂ 'ਚੋਂ 2062 ਮਰੀਜ਼ ਆਕਸੀਜਨ ਤੇ 170 ਵੈਂਟੀਲੇਟਰ ਸਪੋਰਟ ਤੇ ਨੇ। ਫਿਰੋਜ਼ਪੁਰ ਦੇ ਪਿੰਡ ਕਿਲੀ ਵਾਲੇ ਝੁੱਗੇ ਦੇ ਗ੍ਰੰਥੀ ਵੱਲੋਂ ਇੱਕ ਮੰਦਬੁੱਧੀ ਔਰਤ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਗਰਮਾ ਗਿਆ ਹੈ। ਗ੍ਰੰਥੀ ਜਦੋਂ ਉਸ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ ਤਾਂ ਕਿਸੇ ਨੇ ਉਸ ਦੀ ਵੀਡੀਓ ਬਣਾ ਲਈ ਤੇ ਬਾਅਦ ਵਿੱਚ ਉਸ ਨੂੰ ਵਾਇਰਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਕਰਤੂਤ ਨੂੰ ਅੰਜਾਮ ਦੇਣ ਤੋਂ ਬਾਅਦ ਗ੍ਰੰਥੀ ਫਰਾਰ ਹੋ ਗਿਆ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਗ੍ਰੰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੀ ਇਹ ਕੁਕਰਮ ਕਰ ਰਿਹਾ ਸੀ। ਜਿਉਂ ਹੀ ਸਿੱਖ ਜਥੇਬੰਦੀ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਭਾਈ ਜਸਪਾਲ ਸਿੰਘ ਦੀ ਅਗਵਾਈ 'ਚ ਮੌਕੇ ਤੇ ਪੁੱਜੇ ਸਿੰਘਾਂ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਤੇ ਆਰੋਪੀ ਗ੍ਰੰਥੀ ਤੇ ਕਾਨੂੰਨੀ ਕਾਰਵਾਈ ਕਰਵਾਉਣ ਦੀ ਗੱਲ ਕਹੀ। ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਕਿੱਲੀ ਵਾਲੇ ਝੁੱਗੇ ਦੇ ਗ੍ਰੰਥੀ ਵੱਲੋਂ ਇੱਕ ਮੰਦਬੁੱਧੀ ਔਰਤ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਗਰਮਾ ਗਿਆ ਹੈ। ਗ੍ਰੰਥੀ ਜਦੋਂ ਉਸ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ ਤਾਂ ਕਿਸੇ ਨੇ ਉਸ ਦੀ ਵੀਡੀਓ ਬਣਾ ਲਈ ਅਤੇ ਬਾਅਦ ਵਿੱਚ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਕਰਤੂਤ ਨੂੰ ਅੰਜਾਮ ਦੇਣ ਤੋਂ ਬਾਅਦ ਗ੍ਰੰਥੀ ਮੌਕੇ ਤੋਂ ਫਰਾਰ ਹੋ ਗਿਆ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਗ੍ਰੰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਇਹ ਕੁਕਰਮ ਕਰ ਰਿਹਾ ਸੀ। ਇਸ ਘਟਨਾ ਦਾ ਪਿੰਡ ਵਾਲਿਆਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਹੈ ਅਤੇ ਜਿਉਂ ਹੀ ਸਿੱਖ ਜਥੇਬੰਦੀ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਭਾਈ ਜਸਪਾਲ ਸਿੰਘ ਦੀ ਅਗਵਾਈ 'ਚ ਮੌਕੇ ਤੇ ਪੁੱਜੇ ਸਿੰਘਾਂ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ। ਉਹਨਾਂ ਮੁਤਾਬਕ ਕੁਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸਣ ਕੋਲ ਕੀਤਾ ਗਿਆ, ਜਿਸ ਨਾਲ ਉਹਨਾਂ ਦਾ ਹਿਰਦਾ ਵਲੂੰਦਰਿਆ ਗਿਆ। ਸਿੱਖ ਆਗੂਆਂ ਨੇ ਆਰੋਪੀ ਗ੍ਰੰਥੀ ਉੱਤੇ ਕਾਨੂੰਨੀ ਕਾਰਵਾਈ ਕਰਵਾਉਣ ਦੀ ਗੱਲ ਆਖੀ ਹੈ। ਤੁਸੀਂ ਨੈੱਟ ਤੇ ਉਹ ਵੀਡੀਓ ਦੇਖੀ, ਉਸੇ ਤਰ੍ਹਾਂ ਤੋਂ ਉਸੇ ਟਾਈਮ ਹੀ ਫੈਡਰੇਸ਼ਨ ਮਹਿਤਾ ਦੇ ਵਰਕਰਾਂ ਨੇ ਸਾਰਿਆਂ ਨੇ ਪ੍ਰਧਾਨ ਜੀ ਜਸਪਾਲ ਸਿੰਘ ਉਹਨਾਂ ਨਾਲ ਤੇ ਅਸੀਂ ਐਕਸ਼ਨ ਲਿਆ। ਪਹਿਲਾਂ ਅਸੀਂ ਜਿਹੜਾ ਗ੍ਰੰਥੀ ਸਿੰਘ ਜੀ ਜਿਹਨੇ ਕੁਕਰਮ ਕੀਤਾ ਸੀ, ਸਾਨੂੰ ਪਤਾ ਲੱਗਾ ਵੀ ਉਹਨੇ ਪਿੰਡ ਵਾਲਿਆਂ ਨੇ ਉਹਨੂੰ ਕੱਢ ਦਿੱਤਾ ਇੱਥੋਂ। ਅਸੀਂ ਉਹਦੇ ਘਰੇ ਗਏ,
ਉੱਥੇ ਜਾ ਕੇ ਅਸੀਂ ਉਹਦੇ ਪੁੱਛ ਪੜਤਾਲ ਕੀਤੀ ਟਰੇਸ ਕਰ ਰਹੇ ਸੀਗੇ, ਪਰ ਸ਼ਾਮ ਤੱਕ ਸਾਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ। ਉਸ ਤੋਂ ਬਾਅਦ 'ਚ ਅਸੀਂ ਇਸ ਪਿੰਡ ਕਿੱਲਿਆਂਵਾਲੀ ਆਏ, ਜਿਸ ਪਿੰਡ ਦੇ ਵਿੱਚ ਅਸੀਂ ਜਿੱਥੇ ਉਹ ਕੁਕਰਮ ਉਸ ਪਾਪੀ ਨੇ ਕੀਤਾ ਸੀ ਉਸ ਸਥਾਨ 'ਤੇ, ਉਹ ਸਾਨੂੰ ਸਥਾਨ ਦੇਖ ਕੇ ਸਾਡੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ। ਜਿਸ ਸਥਾਨ 'ਤੇ ਉਹਨੇ ਕੁਕਰਮ ਕੀਤਾ ਉਹ ਸੱਚਖੰਡ ਜਿੱਥੇ ਗੁਰੂ ਸਾਹਿਬ ਦਾ ਸੁਖਾਸਨ ਹੁੰਦਾ ਹੈ। ਗੁਰੂ ਸਾਹਿਬ ਦੇ 2 ਸਰੂਪ ਨੇ, ਇੱਕ ਪ੍ਰਕਾਸ਼ ਸੀ, ਇੱਕ ਸੁਖਾਸਨ 'ਤੇ ਸੀਗਾ, ਅਤੇ ਉੱਥੇ ਹੀ ਉਸ ਪਾਪੀ ਨੇ ਉਸੇ ਮੰਜੇ ਦੇ ਉੱਤੇ ਬੈੱਡ 'ਤੇ ਉਹ ਕੁਕਰਮ ਕੀਤਾ, ਜਿਹਨੂੰ ਵੇਖ ਕੇ ਸਾਡੇ ਹਿਰਦੇ ਜਿਹੜੇ ਵਲੂੰਧਰੇ ਗਏ। ਅੱਜ ਅਸੀਂ ਗੁਰੂ ਸਾਹਿਬ ਦੇ ਹਲਕੇ ਦੇ ਪਿੰਡ ਕਿੱਲਿਆਂਵਾਲੀ ਝੁੱਗੇ ਵਿੱਚ ਆਏ ਸੀ। ਇੱਥੇ ਸਾਨੂੰ ਪਤਾ ਲੱਗਾ ਸੀ ਕਿ ਇੱਕ ਗ੍ਰੰਥੀ ਵੱਲੋਂ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਔਰਤ ਨਾਲ ਕੁਕਰਮ ਕੀਤਾ ਗਿਆ ਹੈ। ਸੋ ਅੱਜ ਅਸੀਂ ਪੜਤਾਲ ਕਰਨ ਲਈ ਇੱਥੇ ਪਹੁੰਚੇ। ਸੋ ਗ੍ਰੰਥੀ ਸਿੰਘ ਨੂੰ ਭਿੜਨ ਪੈਣ 'ਤੇ ਗ੍ਰੰਥੀ ਸਿੰਘ ਫਰਾਰ ਹੋ ਗਿਆ। ਅਸੀਂ ਜੀ ਉਹ ਗ੍ਰੰਥੀ ਨੂੰ ਟਰੇਸ ਕਰਕੇ ਉਹਦੇ 'ਤੇ ਕਾਨੂੰਨੀ ਕਾਰਵਾਈ ਬੰਦੀ ਜੋ ਉਹਦੇ 'ਤੇ ਪਰਚਾ ਦਰਜ ਕਰਾਵਾਂਗੇ। ਬਹੁਤ ਵੱਡਾ ਕੁਕਰਮ ਕੀਤਾ ਗਿਆ ਹੈ, ਇਹਦੇ ਵਿੱਚ ਕਿ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਲਈ ਸ਼ਰਮ ਦੀ ਗੱਲ ਹੈ ਕਿ ਇਹ ਘਟਨਾ ਉਹਨਾਂ ਦੇ ਪਿੰਡ ਵਿੱਚ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਔਰਤ ਨਾਲ ਗ੍ਰੰਥੀ ਨੇ ਕੁਕਰਮ ਕੀਤਾ ਉਹ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੈ ਅਤੇ ਇਸ ਦਾ ਫਾਇਦਾ ਗ੍ਰੰਥੀ ਸਿੰਘ ਨੇ ਚੁੱਕਿਆ ਹੈ। ਉਹਨੇ ਬਹੁਤ ਗਲਤ ਕੀਤਾ ਹੈ, ਉਹਦੇ ਬਾਰੇ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਮੰਗ ਮੰਗਣੇ ਅੱਗੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਸੀ। ਨਹੀਂ ਉਹ ਸਾਨੂੰ ਨਾ ਫੌਜੀ ਸਾਹਿਬ ਨੇ ਪੂਰਾ ਜਾਣਕਾਰੀ ਨਹੀਂ ਦਿੱਤੀ ਸੀ। ਉਹਨੇ ਆਹ ਵੀ ਭਾਈ ਨਹੀਂ ਸਹੀਗਾ, ਪਾਠੀ ਨਹੀਂ ਸਹੀ ਬਿਲਕੁਲ, ਤਾਂ ਆਪਾਂ ਹੀ ਬਦਲੀਏ। ਅਸੀਂ ਵੀ ਆਪਾਂ ਅੱਜੋਂ ਹੀ ਕਹਿ ਰਹੇ ਨੇ ਵੀ ਤੂੰ ਨਹੀਂ ਸਹੀ ਤਾਂ ਵੀ ਜਾ, ਅਸੀਂ ਆਂਦਾ ਪੂਰੀ ਨਹੀਂ ਇਹ ਸੇਵਾ ਕਰਦਾ। ਉਹ ਇੱਥੋਂ ਪਿੰਡ ਦੀ ਕੁੜੀ ਸੀ, ਮਤਲਬ ਵੀ ਉਹਨੂੰ ਕੋਈ ਦਿਮਾਗ 'ਤੇ ਬੋਝ ਹੈਗਾ ਸੀ। ਹਾਂ, ਤੇ ਪਤਨੀ ਸੀ, ਤੇ ਨਹੀਂ ਵਿਧਵਾ ਨਹੀਂ ਸੀ, ਉਹਦੇ ਬਾਲੀ ਪਤੀ ਵੀ ਹੈਗਾ ਸੀ। ਜਦੋਂ ਦਿਮਾਗ 'ਤੇ ਬੋਝ ਐਵੇਂ ਤੁਰੀ ਫਿਰਦੀ ਤੇ। ਹੁਣ ਪਿੰਡ ਵਾਸੀ ਤੇ ਸਿੱਖ ਜਥੇਬੰਦੀਆਂ ਆਰੋਪੀ ਗ੍ਰੰਥੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ 'ਚ ਵੀ ਕਿਸੇ ਦੀ ਅਜਿਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਹੋਵੇ। ਤਰਨਤਾਰਨ ਦੇ ਸਰਹੱਦੀ ਪਿੰਡ ਗਹਿਰੀ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ਦਾ ਆਪਸ 'ਚ ਝਗੜਾ ਹੋ ਗਿਆ। ਇਸ ਦੌਰਾਨ ਇੱਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਹੋਰ ਫੱਟੜ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਪਰਚਾ ਦਰਜ ਕਰਕੇ ਆਰੋਪੀਆਂ ਦੀ ਭਾਲ ਆਰੰਭ ਦਿੱਤੀ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਆ ਸੋਨੂ ਕੁਲਦੀਪ ਸਿੰਘ ਜਿਹੜਾ ਕਿ ਬੰਦੂਕ ਫੜ ਕੇ ਖਲੋਤਾ ਵਾ, ਆ ਸਾਰੀ ਇਹਨਾਂ ਦੀ ਟੀਮ ਜਿਹੜੀ ਕਿ ਸਾਡੇ ਗਲ ਪੈ ਰਹੀ ਆ ਵਿਰੋਧੀ ਧਿਰ ਬੈਲਾ ਸਿੰਘ ਜਿਹਨੇ ਪਵਾੜਾ ਪਾਇਆ ਵਾ, ਆ ਬੈਲਾ ਸਿੰਘ ਜਿਹਨੇ ਪਵਾੜਾ ਪਾਇਆ ਵਾ, ਆ ਬਾਕੀ ਸਾਰੇ ਇਹਨਾਂ ਦੇ ਬੰਦੇ ਜਿਹੜੇ ਇਦਾਂ ਕਰ ਰਹੇ ਆ ਵਿੱਚ ਸਾਰੇ ਨਾਲ ਸਾਡੇ ਪਿੰਡ ਦੇ ਬੰਦੇ ਵੀ ਆ। ਇਹ ਤਸਵੀਰਾਂ ਤਰਨਤਾਰਨ ਦੇ ਸਰਹੱਦੀ ਪਿੰਡ ਗਹਿਰੀ ਦੀਆਂ ਨੇ, ਜਿੱਥੇ ਸ਼ਰੇਆਮ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ 3 ਹੋਰ ਫੱਟੜ ਹੋ ਗਏ। ਜ਼ਮੀਨੀ ਵਿਵਾਦ 'ਚ ਹੋਏ ਝਗੜੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੀੜਤਾਂ ਮੁਤਾਬਕ ਜ਼ਮੀਨ ਦੀ ਵੰਡ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰ ਨੇ ਆਪਣੇ ਹਿੱਸੇ ਦੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਸੀ, ਪਰ ਉਹ ਕਬਜ਼ਾ ਉਹਨਾਂ ਦੀ ਜ਼ਮੀਨ ਦਾ ਦੁਆਰਿਆ ਸੀ। ਪਿਛਲੇ 20 ਦਿਨਾਂ ਤੋਂ ਇਹ ਰੇਡਕਾ ਚੱਲ ਰਿਹਾ ਸੀ ਤੇ ਮਾਮਲਾ ਥਾਣਾ ਸਰਾਏ ਅਮਾਨਤ ਖਾਂ ਵਿਖੇ ਪੁੱਜਿਆ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਉਹਨਾਂ ਦਾ ਰਿਸ਼ਤੇਦਾਰ ਮਨਜਿੰਦਰ ਸਿੰਘ ਬਹਿਲਾ ਆਪਣੇ 100 ਦੇ ਕਰੀਬ ਹਥਿਆਰਬੰਦ ਸਾਥੀਆਂ ਨਾਲ ਜ਼ਮੀਨ ਉੱਤੇ ਕਬਜ਼ਾ ਲੈਣ ਪੁੱਜਾ ਸੀ। ਉਹਨਾਂ ਨੇ ਪੁਲਿਸ ਹੈਲਪਲਾਈਨ ਉੱਤੇ ਫੋਨ ਕਰਕੇ ਦੱਸਿਆ ਸੀ, ਪਰ ਪੁਲਿਸ ਮੌਕੇ ਉੱਤੇ ਨਹੀਂ ਪੁੱਜੀ। ਜਦਕਿ ਹਮਲਾਵਰਾਂ ਨੇ ਗੋਲੀ ਚਲਾਈ ਤਾਂ ਰੇਸ਼ਮ ਸਿੰਘ ਨੂੰ ਗੋਲੀ ਲੱਗੀ ਅਤੇ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ ਅਤੇ 3 ਜਣੇ ਹੋਰ ਜ਼ਖਮੀ ਹੋ ਗਏ। ਹੁਣ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਗੱਲ ਇਹ ਹੋਈ ਜੀ, ਸਾਡੇ ਚਾਚੇ ਨੇ ਜ਼ਮੀਨ ਵੇਚੀ ਹਿੱਸੇ 'ਚ 8 ਕਨਾਲ, ਠੀਕ ਹੈ ਜੀ, ਅਤੇ ਕਬਜ਼ਾ ਉਹ ਜਿਹੜਾ ਵਾ ਉਹ ਸਾਲਮ ਕਿੱਲੇ ਦਾ ਦੇਈ ਜਾਂਦਾ, ਜਿਹੜਾ ਅਸੀਂ ਵਾਹੁੰਦੇ ਸਾਡਾ ਜਿਹੜਾ ਕਬਜ਼ਾ ਜਿਹੜਾ ਸਾਡਾ ਰਾਹ ਪੈਲੀ ਦਾ, ਠੀਕ ਹੈ ਜੀ, ਉਹ ਦੇਈ ਜਾਂਦਾ। ਅਸੀਂ ਉਹਨੂੰ ਦੂਜੇ ਬੰਨੇ ਛੱਡੀ, ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਦੀ ਉਹਦੀ ਪੈਲੀ ਵਗਦੀ ਹੁੰਦੀ ਹੈ, ਵੀ ਤੂੰ ਉਹ ਵਾਹ ਲਓ, ਠੀਕ ਹੈ ਜੀ। ਪਰ ਉਹਨਾਂ ਨਜਾਇਜ਼ ਸਾਡੀ ਪੈਲੀ ਦੇ ਵਿੱਚ ਅਸੀਂ ਜਾ ਕੇ ਟਰੈਕਟਰ ਵਾਇਆ, 100 ਬੰਦਾ ਨਾਲ ਹਥਿਆਰ ਲੈ ਕੇ 2 ਰਫਲਾਂ ਲੈ ਕੇ ਆਏ ਆ ਜੀ। ਅਸੀਂ ਜਦੋਂ ਡੱਕਿਆ ਜਾ ਕੇ ਤੇ ਠੀਕ ਹੈ ਜੀ, ਮੇਰੇ ਵੀ ਡਾਂਗਾਂ ਮਾਰੀਆਂ, ਸਾਡਾ ਚਾਚੇ ਦਾ ਪੁੱਤ ਇੱਕ ਉਹਦੇ ਸਿਰ 'ਚ ਡਾਂਗ ਮਾਰੀ ਜਾ ਕੇ ਉਹਨਾਂ, ਅਤੇ ਇੱਕ ਦੇ ਕਿਰਪਾਨ ਮਾਰੀ, ਇੱਥੇ ਉਹਦੇ ਸੱਟ ਲੱਗੀ ਹੈ ਜੀ। ਚਾਚੇ ਸਾਡੇ ਦੇ ਗੋਲੀ ਮਾਰ ਕੇ ਮੌਕੇ 'ਤੇ ਮੌਤ ਹੋ ਗਈ ਹੈ ਜੀ। ਹਾਂਜੀ, ਇਹ ਪਰਮਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ ਅਤੇ ਇਹ ਮਨਜਿੰਦਰ ਸਿੰਘ, ਚਾਚਾ ਸਾਡਾ ਦਰਬਾਰਾ ਸਿੰਘ, ਇਹ ਮੌਕੇ 'ਤੇ ਸਾਰੇ ਇਹਨਾਂ ਕੰਮ ਸਾਰਾ ਜੀ ਚਲਾਈ ਗੋਲੀ ਇਹਨਾਂ ਨੇ।
ਧਰਮਿੰਦਰ ਸਿੰਘ ਨੇ ਤੇ ਕੁਲਦੀਪ ਸਿੰਘ ਨੇ ਤੇ ਹੈਗੇ 4-5 ਬੰਦੇ ਸਾਡੇ ਜ਼ਖਮੀ ਹੈ ਜੀ। ਇੱਕ ਦੀ ਡੈਥ ਹੋਈ ਆ। ਹਾਂਜੀ, ਉਹਨਾਂ ਦਾ ਨਾਮ ਰੇਸ਼ਮ ਸਿੰਘ, ਸਰਦਾਰ ਤਸਵੀਰ ਸਿੰਘ। ਘਟਨਾ ਤੋਂ ਬਾਅਦ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਦੀਪਕ ਕੁਮਾਰ ਪੁਲਿਸ ਬਲ ਨਾਲ ਹਸਪਤਾਲ ਪੁੱਜੇ, ਜਿੱਥੇ ਉਹਨਾਂ ਨੇ ਪੀੜਤਾ ਦੇ ਬਿਆਨ ਦਰਜ ਕੀਤੇ ਅਤੇ ਉਹਨਾਂ ਨੂੰ ਆਰੋਪੀਆਂ ਖਿਲਾਫ ਯੋਗ ਕਾਰਵਾਈ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਇਸ ਵਾਰਦਾਤ 'ਚ ਮਾਰੇ ਗਏ ਰੇਸ਼ਮ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹਨਾਂ ਦਾ ਆਪਸ ਵਿੱਚ ਹੈਗਾ ਹੀ ਥਾਂ ਦਾ, ਭਰਾਵਾਂ ਦੀ ਵੰਡ ਦਾ। ਇਹਨਾਂ ਦੇ ਭਰਾ ਨੇ ਥਾਂ ਵੇਚ ਦਿੱਤੀ ਸੀ ਕੋਈ ਕਿਸੇ ਬੰਦੇ ਨੂੰ, ਤੇ ਉਹਨੇ ਇਹਨਾਂ ਦੇ ਮੁਤਾਬਕ ਇਹਨਾਂ ਦੱਸਣ ਤਾਂ ਵੀ ਜਿਹੜੀ ਥਾਂ ਵੇਚੀ ਉਹ ਹੋਰ ਥਾਂ ਨੂੰ ਵਾਹ ਰਿਹਾ ਸੀਗਾ। ਰੇਸ਼ਮ ਸਿੰਘ ਸਾਨੂੰ ਕਸ਼ਮੀਰ ਸਿੰਘ ਦੀ ਡੈਥ ਹੋ ਗਈ ਗੋਲੀ ਲੱਗਣ ਨਾਲ, ਤੇ ਦੂਜਾ ਜ਼ਖਮੀ ਜਿਹੜਾ ਮੁਲਤਾਨ ਸਿੰਘ ਸਾਨੂੰ ਅਜੀਤ ਸਿੰਘ ਇਹ ਜ਼ਖਮੀ ਹੋਇਆ ਵਾ। ਤੇ ਜਿਹੜੇ ਇਹਨਾਂ ਦੇ ਜਸਵੰਤ ਸਿੰਘ ਸਾਨੂੰ ਕਸ਼ਮੀਰ ਸਿੰਘ ਦੇ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਜਾ ਰਿਹਾ। ਜੋ ਵੀ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ, ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਵਾਰਦਾਤ ਤੋਂ ਬਾਅਦ ਪਿੰਡ ਗਹਿਰੀ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਆਰੋਪੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਧਰੀ ਕਲਾਂ ਵਿਖੇ ਪੰਚਾਇਤੀ ਛੱਪੜ ਨੂੰ ਲੈ ਕੇ ਚੱਲ ਰਹੇ ਝਗੜੇ ਨੂੰ ਰੋਕਣ ਲਈ ਗਏ ਕਾਂਗਰਸੀ ਸਰਪੰਚ ਦੇ ਨੌਜਵਾਨ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦਾ ਆਰੋਪ ਕਾਂਗਰਸ ਆਗੂ ਕੁਲਦੀਪ ਸਿੰਘ ਕੀਪਾ ਤੇ ਉਸ ਦੇ ਸਾਥੀਆਂ ਤੇ ਲੱਗਾ ਹੈ। ਘਟਨਾ ਮਗਰੋਂ ਪਿੰਡ 'ਚ ਦਹਿਸ਼ਤ ਫੈਲ ਗਈ ਤੇ ਲੋਕ ਆਰੋਪੀਆਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ। ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਆਰੋਪੀਆਂ ਦੀ ਭਾਲ ਆਰੰਭ ਦਿੱਤੀ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਧਰੀ ਕਲਾਂ ਵਿਖੇ ਪੰਚਾਇਤੀ ਛੱਪੜ ਨੂੰ ਲੈ ਕੇ ਚੱਲ ਰਹੇ ਝਗੜੇ ਨੂੰ ਰੋਕਣ ਲਈ ਗਏ ਕਾਂਗਰਸੀ ਸਰਪੰਚ ਦੇ ਨੌਜਵਾਨ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦਾ ਆਰੋਪ ਕਾਂਗਰਸੀ ਆਗੂ ਕੁਲਦੀਪ ਸਿੰਘ ਕੀਪਾ ਤੇ ਉਸ ਦੇ ਸਾਥੀਆਂ ਉੱਤੇ ਲੱਗਾ ਹੈ। ਘਟਨਾ ਮਗਰੋਂ ਪਿੰਡ 'ਚ ਦਹਿਸ਼ਤ ਫੈਲ ਗਈ ਹੈ। ਸਰਪੰਚ ਦੇ ਪਰਿਵਾਰ ਦਾ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਸਰਪੰਚ ਦੇ ਪਤੀ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਭਰਾ ਕੁਲਦੀਪ ਸਿੰਘ ਅਤੇ ਹਰਦੀਪ ਸਿੰਘ ਫੌਜੀ ਪੰਚਾਇਤੀ ਛੱਪੜ ਨੂੰ ਲੈ ਕੇ ਝਗੜਾ ਕਰ ਰਹੇ ਸੀ। ਉਹ ਅਤੇ ਉਹਨਾਂ ਦਾ ਲੜਕਾ ਸ਼ਗਨਦੀਪ ਸਿੰਘ ਝਗੜਾ ਕਰਨ ਵਾਲਿਆਂ ਨੂੰ ਰੋਕਣ ਲਈ ਅੱਗੇ ਵਧੇ ਤਾਂ ਉਹਨਾਂ ਨੇ ਅੱਗੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸ ਦੇ ਲੜਕੇ ਸ਼ਗਨਦੀਪ ਸਿੰਘ ਦੇ ਆ ਲੱਗੀ ਅਤੇ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਸ਼ਗਨਦੀਪ ਸਿੰਘ ਦਾ ਵਿਆਹ ਅਜੇ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ। ਉਸ ਦੀ ਪਤਨੀ ਦਾ ਅਜੇ ਚੂੜਾ ਵੀ ਨਹੀਂ ਉਤਰਿਆ ਸੀ ਕਿ ਉਸ ਉੱਤੇ ਇਹ ਵਿਪਤਾ ਪੈ ਗਈ। ਹੁਣ ਉਸ ਦੀ ਪਤਨੀ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ है। कुछ एग्जैक्टली पता नहीं है, बस मुझे इतना पता है कि मेरे हस्बैंड को गन शॉट करके उनको मार दिया गया, मेरे हस्बैंड को। नहीं, मैं नहीं जानती हूँ, मेरी नई शादी हुई है अभी, मैं यहाँ के बारे में कुछ नहीं जानती हूँ। देखो मैं चाहती हूँ कि बस उसको भी वैसे ही गन शॉट दे के मारा जाए जैसे उन्होंने मेरे हस्बैंड को मार दिया। प्लीज रिक्वेस्ट करती हूँ, रिक्वेस्ट है मेरी, प्लीज मुझे जस्टिस दे दो। भाजी कोई लड़ाई नहीं हो, कोई झगड़ा नहीं, लड़े आपस ਵਿੱਚ ਇੱਕ ਦੂਜੇ ਨੂੰ ਗਾਲਾਂ ਗੂਲਾਂ ਕੱਢੀਆਂ ਨਾ। ਰਾਜਵੀਰ ਕਿਹੜੇ ਵਿਅਕਤੀ ਕੌਣ ਲੜਦਾ ਇਹ? ਰਾਜਵੀਰ ਤੇ ਕੁਲਦੀਪ ਸਿੰਘ ਸਾਨੂੰ ਭਜਨ ਸਿੰਘ। ਇਹ ਆਪਸ ਵਿੱਚ ਲੜਨ ਦਾ ਇਹ ਆਪਸ ਵਿੱਚ ਕਿਤੇ ਲੜੇ ਸਾਡੇ ਹੀ ਦੋਵੇਂ ਬੰਦੇ ਸੀ। ਮੈਂ ਤੇ ਢਾਉਣਾ ਦੋਨੋਂ ਵੀ ਬਾਜੋ ਨਾ ਲੜੋ। ਉਹਨਾਂ ਮੇਰੇ ਤੇ ਗੋਲੀ ਚਲਾ ਦਿੱਤੀ, 4 ਗੋਲੀਆਂ ਮਾਰੀਆਂ ਮੇਰੇ ਨੂੰ। ਉਧਰੋਂ ਕਿਤੇ ਮੇਰਾ ਮੁੰਡਾ ਆ ਗਿਆ, ਉਹਨੂੰ ਗੋਲੀ ਮਾਰਤੀ। ਨਹੀਂ ਭਾਜੀ, ਜਿਤਨਾ ਸਾਡਾ ਘਰ ਦਾ ਕੀਤਾ ਇਹਨਾਂ ਦਾ ਹੋਣਾ ਚਾਹੀਦਾ, ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ। ਇਹਦਾ ਭਰਾ ਫੌਜ ਚੋਂ ਆ ਕੇ ਉਹਨੇ ਕਤਲ ਕੀਤਾ ਜੀ। ਇੱਥੇ ਵੀਡੀਓ ਕੋਲ ਸ਼ਾਇਦ ਜੀ ਸਾਡੇ ਕੋਲ, ਤੇ ਹੁਣ ਉਹ ਫੌਜ 'ਚ ਹੀ ਭੱਜ ਗਿਆ ਜੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਜਸਵੰਤ ਸਿੰਘ ਭੱਟੀ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿੱਚ ਲੈ ਲਈ। ਸ਼ਗਨਦੀਪ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਆਰੋਪੀਆਂ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਹੈ ਜੀ ਪਿੰਡ ਪੱਧਰੀ ਕਲਾਂ ਦੇ ਵਿੱਚ ਦਿਲਬਾਗ ਸਿੰਘ ਹੈ, ਉਹਦੀ ਵਾਈਫ ਸਰਪੰਚ ਹੈਗੀ ਪਿੰਡ ਦੀ, ਤੇ ਉਹਨਾਂ ਦੇ ਪਿੰਡ ਦੇ ਵਿੱਚ ਇੱਕ 2-3 ਕਿੱਲਿਆਂ ਦੇ ਵਿੱਚ ਪੰਚਾਇਤੀ ਜਗ੍ਹਾ ਦੇ ਵਿੱਚ ਮੱਛੀ ਤਲਾਬ ਹੈ, ਫਿਸ਼ ਪੌਂਡ ਆ। ਉਹਦੇ ਵਿੱਚ ਦੋਸ਼ੀ ਪਾਰਟੀ ਵੀ ਚਾਹੁੰਦੀ ਸੀ ਕਿ ਮੈਨੂੰ ਠੇਕੇ ਦੇ ਸਰਪੰਚ ਦੇਵੇ, ਤੇ ਇੱਕ ਬਲਦੇਵ ਸਿੰਘ ਨਾਮ ਦਾ ਬੰਦਾ ਉਹ ਚਾਹੁੰਦਾ ਸੀ ਕਿ ਮੈਨੂੰ ਜਿਹੜਾ ਮੱਛੀ ਤਲਾਬ ਠੇਕੇ ਦੇ ਦੇਵੇ। ਹਾਲੇ ਉਹ ਠੇਕਾ ਵੀ ਹੋਇਆ ਸੀਗਾ, ਤੇ ਰਾਜਵੀਰ ਸਿੰਘ ਜਿਹੜਾ ਉਹਦੀ ਮਦਦ ਕਰਦਾ ਸੀ ਬਲਦੇਵ ਸਿੰਘ ਦੀ। ਤੇ ਰਾਜਵੀਰ ਸਿੰਘ ਦਾ
ਤੇ ਕੁਲਦੀਪ ਸਿੰਘ ਹਰਦੀਪ ਸਿੰਘ ਇਹਨਾਂ ਦਾ ਝਗੜਾ ਹੋ ਰਿਹਾ ਸੀ। ਸਰਪੰਚ ਤੇ ਉਹਦਾ ਲੜਕਾ ਸ਼ਗਨਦੀਪ ਸਿੰਘ ਉਹ ਭਿੱਖੀ ਪਿੰਡ ਤੋਂ ਆਪਾਂ ਨਿੱਜੀ ਕੰਮਕਾਰ ਕਰਕੇ ਤੇ ਪੱਧਰੀ ਪਿੰਡ ਆ ਰਹੇ ਸੀ। ਗੁਰਦੁਆਰਾ ਬਾਬਾ ਵੀਰ ਸਿੰਘ ਨੇੜੇ ਝਗੜਾ ਹੋ ਰਿਹਾ ਸੀ। ਉਹ ਬਤੌਰ ਸਰਪੰਚ ਅਤੇ ਮੋਹਤਵਰ ਹੋਣ ਦੇ ਨਾਤੇ ਉੱਥੇ ਰੁਕਿਆ। ਉਹਨਾਂ ਨੇ ਦੋਨਾਂ ਤਰ੍ਹਾਂ ਟਿਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਕੁਲਦੀਪ ਸਿੰਘ ਤੇ ਹਰਦੀਪ ਸਿੰਘ ਨੂੰ ਇਹ ਸ਼ੱਕ ਹੋਇਆ ਕਿ ਜਿਹੜਾ ਸਰਪੰਚ ਤੇ ਉਹਦਾ ਲੜਕਾ ਜਿਹੜਾ ਬਲਦੇਵ ਸਿੰਘ ਭਾਰਤੀ ਦੀ ਮਦਦ ਕਰਦਾ ਤੇ ਉਹਨੇ ਮਾਰਦਿਆਂ ਦੀ ਨੀਅਤ ਨਾਲ ਇਹਨਾਂ ਵੱਲ ਸਿੱਧੇ ਫਾਇਰ ਕੀਤੇ ਤੇ ਸ਼ਗਨਦੀਪ ਦੇ ਸੱਜੇ ਪਾਸੇ ਗਲੇ ਤੋਂ ਹੇਠ ਫਾਇਰ ਲੱਗਿਆ, ਜ਼ਖਮੀ ਹੋ ਗਿਆ। ਉਹਨੂੰ ਇਲਾਜ ਲਈ ਭਿੱਖੀ ਪਿੰਡ ਲੈ ਕੇ ਜਾ ਰਹੇ ਸੀ, ਰਸਤੇ 'ਚ ਉਹਦੀ ਮੌਤ ਹੋ ਗਈ। ਹੁਣ ਮੁਕੱਦਮਾ ਜਿਹੜਾ ਹੈਗਾ ਅੰਡਰ ਸੈਕਸ਼ਨ 302 148 149 25 27 59 ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਜਿਹੜੀ ਆ ਰੇਡ ਕੀਤੀ ਜਾ ਰਹੀ ਹੈ। ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸਰਪੰਚ ਦੇ ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਲੋਕ ਆਰੋਪੀਆਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਭਾਰਤ ਦੇ ਮਹਾਨ ਐਥਲੀਟ ਮਿਲਖਾ ਸਿੰਘ ਦਾ 91 ਸਾਲ ਦੀ ਉਮਰ 'ਚ ਦੇਹਾਂਤ। ਕੋਵਿਡ ਮਗਰੋਂ ਪੈਦਾ ਹੋਈਆਂ ਪੇਚੀਦਗੀਆਂ ਨੂੰ ਮਾਤ ਨਹੀਂ ਦੇ ਸਕੇ ਫਲਾਇੰਗ ਸਿੱਖ। ਪੰਜਾਬ 'ਚ ਇੱਕ ਦਿਨ ਦੇ ਸੋਗ ਦਾ ਕੀਤਾ ਗਿਆ ਐਲਾਨ। ਦੇਸ਼ ਭਰ ਦੇ ਰਾਜਸੀ ਨੇਤਾਵਾਂ, ਖਿਡਾਰੀਆਂ ਤੇ ਫਿਲਮੀ ਹਸਤੀਆਂ ਨੇ ਮਿਲਖਾ ਸਿੰਘ ਨੂੰ ਦਿੱਤੀ ਸ਼ਰਧਾਂਜਲੀ। ਮਨਪ੍ਰੀਤ ਬਾਦਲ ਨੇ ਮਿਲਖਾ ਸਿੰਘ ਨੂੰ ਦੱਸਿਆ ਨੌਜਵਾਨਾਂ ਲਈ ਪ੍ਰੇਰਣਾ ਸਰੋਤ। ਢੀਂਡਸਾ ਨੇ ਕਿਹਾ ਖੇਡਾਂ ਦੀ ਦੁਨੀਆ 'ਚ ਮਿਲਖਾ ਸਿੰਘ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕੇਗਾ। ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਘਿਰੀ ਕੈਪਟਨ ਸਰਕਾਰ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਤੇ ਵਿੰਨੇ ਤਿੱਖੇ ਸਿਆਸੀ ਨਿਸ਼ਾਨੇ। ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੇ ਰੱਖ ਰਖਾਅ ਤੇ ਪਰਿਵਾਰ ਤੇ ਪ੍ਰਸ਼ਾਸਨ ਵਿਚਾਲੇ ਤਕਰਾਰ। ਭੁੱਲਰ ਦੇ ਪਿਤਾ ਨੇ ਲਾਸ਼ ਚੋਰੀ ਹੋਣ ਦਾ ਜਤਾਇਆ ਖਦਸ਼ਾ। ਪੀਜੀਆਈ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦਾ ਏ ਭੁੱਲਰ ਦਾ ਪਰਿਵਾਰ। ਤੇ ਅਲੱਗ-ਅਲੱਗ ਘਟਨਾਵਾਂ 'ਚ ਤਰਨਤਾਰਨ ਦੇ 2 ਪਿੰਡਾਂ 'ਚ ਚੱਲੀ ਗੋਲੀ, 2 ਜਣਿਆਂ ਦੀ ਹੋਈ ਮੌਤ। ਪੁਲਿਸ ਕਰ ਰਹੀ ਹੈ ਦੋਵੇਂ ਘਟਨਾਵਾਂ ਦੀ ਜਾਂਚ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਸਿਹਤਮੰਦ ਰਹੋ, ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ।